ਗੁੱਡ ਮਾਰਨਿੰਗ ਸਟੂਡੈਂਟਸ। ਰਾਜੇ ਲੈਸਨ ਆਪਣਾ ਇਕਨੋਮਿਕਸ ਦਾ ਚੱਲ ਰਿਹਾ ਹੈ, ਦ ਸਟੋਰੀ ਆਫ ਅ ਵਿਲੇਜ। ਇਸ ਦੇ ਵਿੱਚ ਆਪਾਂ ਇਕਨੋਮਿਕਸ ਬਾਰੇ ਪੜ੍ਹਿਆ, ਫਿਰ ਆਪਾਂ ਫੈਕਟਰ ਪੜ੍ਹਿਆ, ਇਕਨੋਮਿਕ ਨੋਨ ਇਕਨੋਮਿਕ ਐਕਟੀਵਿਟੀਜ਼ ਪੜ੍ਹੀਆਂ ਹੈ। ਉਸ ਤੋਂ ਬਾਅਦ ਆਪਾਂ ਜੋ ਪ੍ਰੋਡਕਸ਼ਨ ਪੜ੍ਹਿਆ ਸੀ, ਪ੍ਰੋਡਕਸ਼ਨ ਕਿ ਕਿਸੇ ਚੀਜ਼ ਦੀ ਯੂਟਿਲਿਟੀ ਅਤੇ ਉਹਦੀ ਵੈਲਿਊ ਨੂੰ ਵਧਾਉਣਾ, ਇੱਕ ਚੀਜ਼ ਤੋਂ ਹੋਰ ਬਹੁਤ ਸਾਰੀਆਂ ਚੀਜ਼ਾਂ ਬਣਾਉਣਾ ਤਾਂ ਜੋ ਉਹਦੀ ਹੋਰ ਮਾਤਰਾ, ਹੋਰ ਉਹਦਾ ਪ੍ਰਾਈਸ ਹੈ ਜਿਹੜਾ ਵੱਧ ਸਕੇ ਅਤੇ ਸਾਡੀਆਂ ਜੋ ਵਾਂਟਸ ਹੈ ਉਹਨਾਂ ਦੀ ਸੈਟਿਸਫੈਕਸ਼ਨ ਹੋ ਸਕੇ, ਉਹਨੂੰ ਪ੍ਰੋਡਕਸ਼ਨ ਕਹਿੰਦੇ ਆ। ਤਾਂ ਅੱਜ ਆਪਾਂ ਪ੍ਰੋਡਕਸ਼ਨ ਦੇ ਜੋ ਫੈਕਟਰ ਆ ਉਹ ਪੜ੍ਹਾਂਗੇ। For the production of goods, 4 factor or input of production are needed। 4 ਚੀਜ਼ਾਂ ਹੁੰਦੀਆਂ ਜਿਹੜੀਆਂ ਕਿਸੇ ਵੀ ਚੀਜ਼ ਦੀ ਪ੍ਰੋਡਕਸ਼ਨ ਦੇ ਵਾਸਤੇ, ਪੈਦਾਵਾਰ ਦੇ ਵਾਸਤੇ, ਬਣਾਉਣ ਦੇ ਵਾਸਤੇ ਜ਼ਰੂਰੀ ਹੁੰਦੀਆਂ। ਕਿਹੜੀਆਂ? ਲੈਂਡ, ਸਭ ਤੋਂ ਪਹਿਲਾਂ ਲੈਂਡ, ਜ਼ਮੀਨ। ਲੇਬਰ ਮਤਲਬ ਜੋ ਆਪਾਂ ਜਿਹੜਾ ਹੈਗਾ ਇਹ ਲਗਾਉਂਦੇ ਆ, ਆਦਮੀ ਲਗਾਉਂਦੇ ਕੰਮ ਕਰਨ ਵਾਸਤੇ। ਕੈਪੀਟਲ ਕੱਚਾ ਮਾਲ ਵੀ ਹੋ ਸਕਦਾ ਹੈ ਅਤੇ ਪੂੰਜੀ ਵੀ ਹੋ ਸਕਦੀ ਹੈ। ਐਂਡ ਇੰਟਰਪ੍ਰੇਨਿਓਰ ਉਤਪਾਦਕ, ਉਹ ਇਨਸਾਨ ਜਿਹੜਾ ਕਿ ਸਾਰਾ ਕੰਮ ਕਰ ਰਿਹਾ ਹੈ। ਸੋ ਲੈਂਡ ਇਜ਼ ਅ ਨੈਚੁਰਲ ਰਿਸੋਰਸ। ਲੈਂਡ ਤਾਂ ਇੱਕ ਨੈਚੁਰਲ ਰਿਸੋਰਸ ਆ, ਸਾਨੂੰ ਨੇਚਰ ਵੱਲੋਂ ਮਿਲਿਆ ਹੋਇਆ ਗਿਫਟ ਆਫ ਨੇਚਰ ਆ। ਲੇਬਰ ਕੀ ਆ? ਹਿਊਮਨ ਫੈਕਟਰ ਆ ਲੇਬਰ, ਕਿਉਂਕਿ ਲੇਬਰ ਹੈ ਜਿਹੜਾ ਮਤਲਬ ਆਦਮੀ। ਜੇ ਆਪਾਂ ਨੂੰ ਆਦਮੀ ਮਿਲਣਗੇ, ਕਿਤੇ ਲੈਂਡ ਮਿਲੂਗੀ ਸਭ ਤੋਂ ਪਹਿਲਾਂ, ਫਿਰ ਆਪਾਂ ਕੰਮ ਕਰਾਂਗੇ। ਉਸ ਤੋਂ ਬਾਅਦ ਜੇ ਆਪਾਂ ਨੂੰ ਲੇਬਰ ਮਿਲਣਗੇ, ਬੰਦੇ ਮਿਲਣਗੇ ਕੰਮ ਕਰਨ ਦੇ ਵਾਸਤੇ, ਫਿਰ ਕੰਮ ਹੋਊਗਾ। ਤੀਸਰੀ ਗੱਲ ਕੀ ਸੀ? ਕੈਪੀਟਲ ਵੀ ਜੇ ਆਪਣੇ ਕੋਲ ਪੈਸਾ ਹੋਊਗਾ, ਪੂੰਜੀ ਹੋਊਗੀ, ਫਿਰ ਹੀ ਆਪਾਂ ਲੇਬਰ ਨੂੰ ਦੇ ਸਕਦੇ ਹਾਂ, ਫਿਰ ਹੀ ਆਪਾਂ ਕੋਈ ਜਗ੍ਹਾ ਖਰੀਦ ਸਕਦੇ ਹਾਂ, ਫਿਰ ਜਾ ਕੇ ਜਿਹੜਾ ਹੈਗਾ ਹੈ ਪ੍ਰੋਡਕਸ਼ਨ ਹੋ ਸਕਦੀ ਆ। ਅਤੇ ਚੌਥੀ ਗੱਲ ਕੀ ਸੀ? ਇੰਟਰਪ੍ਰੇਨਿਓਰ ਵੀ ਹਿਊਮਨ ਫੈਕਟਰ ਆ ਪ੍ਰੋਡਕਸ਼ਨ ਦਾ, ਜਿਹੜਾ ਕੀ ਕਰਦਾ ਹੈ? ਬੀਅਰ ਦਾ ਰਿਸਕ, ਉਹ ਰਿਸਕ ਚੱਕਦਾ ਹੈ। ਕਿਉਂਕਿ ਉਹਨੇ ਜ਼ਮੀਨ ਵੀ ਖਰੀਦ ਲਈ ਆ, ਲੇਬਰ ਨੂੰ ਪੈਸਾ ਦਿੱਤਾ ਹੈ, ਕੈਪੀਟਲ ਮਤਲਬ ਪੂੰਜੀ ਵੀ ਲਾਈ ਹੈ ਵਿੱਚ ਸਾਰੀ। ਅਤੇ ਜੇ ਕੰਮ ਨਹੀਂ ਚੱਲਦਾ ਤਾਂ ਉਹਨੂੰ ਬਹੁਤ ਵੱਡਾ ਲੋਸ ਹੋ ਸਕਦਾ ਹੈ, ਅਤੇ ਜੇ ਕੰਮ ਚੱਲ ਪੈਂਦਾ ਹੈ ਤਾਂ ਉਹਨੂੰ ਪ੍ਰੋਫਿਟ ਵੀ ਬਹੁਤ ਹੋ ਸਕਦਾ ਹੈ। ਸੋ ਇਸ ਤਰੀਕੇ ਦੇ ਨਾਲ ਰਿਸਕ ਕੌਣ ਚੱਕਦਾ ਹੈ? ਇੰਟਰਪ੍ਰੇਨਿਓਰ, ਉਤਪਾਦਕ। ਉਹ ਇੰਟਰਪ੍ਰੇਨਿਓਰ ਰਿਸਕ ਚੱਕਦਾ ਹੈ ਪੂਰਾ। ਉਹਨੇ ਹੀ ਜਿਹੜਾ ਹੈਗਾ ਸਾਰਾ ਲੈਂਡ, ਲੇਬਰ, ਕੈਪੀਟਲ, ਤਿੰਨੇ ਚੀਜ਼ਾਂ ਜਿਹੜੀਆਂ ਹੈਗੀਆਂ ਉਹਨੇ ਹੀ ਜਿਹੜਾ ਹੈਗਾ ਇਹ ਵੀ ਅਰੇਂਜ ਕਰਨੀਆਂ ਹੁੰਦੀਆਂ। ਸੋ ਫਸਟਲੀ ਆਪਾਂ ਲੈਂਡ ਬਾਰੇ ਪੜ੍ਹਾਂਗੇ। ਜੇ ਹੁਣ ਇੱਕ ਪਿੰਡ ਦੀ ਸਟੋਰੀ ਹੈ, ਇਹਦੇ ਵਿੱਚ ਕੀ ਹੈ ਹੁਣ ਵੀ ਉਹਨਾਂ ਨੇ ਇੱਕ ਪਿੰਡ ਨੂੰ ਜਿਹੜਾ ਹੈਗਾ ਇਮੈਜਨਰੀ ਇੱਕ ਪਿੰਡ ਨੂੰ ਜਿਹੜਾ ਹੈਗਾ ਬਣਾ ਕੇ ਦੱਸਿਆ ਹੋਇਆ ਹੈ ਕਿ ਆਲਮੋਸਟ ਆਲ ਕਾਈਂਡ ਆਫ ਟਰਾਂਸਪੋਰਟ ਸਟਾਰਟਿੰਗ ਫਰੋਮ ਬੁਲਕ ਕਾਰਟਸ। ਇਸ ਪਿੰਡ ਦੇ ਵਿੱਚ ਜੋ ਗੱਡਿਆਂ ਦੇ ਰਾਹੀਂ ਟਰਾਂਸਪੋਰਟੇਸ਼ਨ ਜੋ ਸਟਾਰਟ ਹੋਈ ਸੀ, ਉਸ ਤੋਂ ਬਾਅਦ ਫਿਰ ਟਰੈਕਟਰ, ਟਰਾਲੀਆਂ ਚੱਲੀਆਂ ਹੈ ਨਾ, ਅਤੇ ਉਹ ਸਾਰਾ ਹੋ ਗਿਆ। ਉਸ ਤੋਂ ਬਾਅਦ ਬੱਸ, ਕਾਰ, ਮੋਟਰਸਾਈਕਲ ਆਦਿ ਵੀ ਜਿਹੜੇ ਹੈਗੇ ਆ ਵੀ ਰੋਡਸ ਵਗੈਰਾ 'ਤੇ ਚੱਲਦੇ ਆ। ਅਰਾਊਂਡ 400 ਫੈਮਲੀਜ਼ ਉਸ ਪਿੰਡ ਦੇ ਵਿੱਚ ਰਹਿੰਦੀਆਂ। ਮੋਸਟ ਆਫ ਦਾ ਹਾਊਸਸ ਇਨ ਦਾ ਵਿਲੇਜ ਆਰ ਪੱਕਾ ਹਾਊਸ, ਜ਼ਿਆਦਾਤਰ ਪੱਕੇ ਹਾਊਸ ਆ, ਬਟ ਜਿੱਥੇ ਇਲੈਕਟ੍ਰੀਸਿਟੀ ਕਨੈਕਸ਼ਨ ਵੀ ਹੈਗੀ ਆ, ਕੁਛ ਕੁ ਕੱਚੇ ਹਾਊਸ ਵੀ ਹੈਗੇ ਆ। ਦੇਅਰ ਇਜ਼ ਪ੍ਰਾਇਮਰੀ ਸਕੂਲ ਇਨ ਦਾ ਵਿਲੇਜ ਐਂਡ ਆਲਸੋ ਅ ਬਿਗ ਗਵਰਨਮੈਂਟ ਡਿਸਪੈਂਸਰੀ ਵੀ ਹੈਗੀ ਆ। ਉਸ ਤੋਂ ਬਾਅਦ in the adjoining village there is a high school as well as the senior secondary school। ਸੋ ਇਸ ਜੋ ਵਿਲੇਜ ਦੀ ਸਟੋਰੀ ਆ ਉਹਦੇ ਵਿੱਚ ਸਾਨੂੰ ਕੀ ਦੱਸਿਆ ਗਿਆ ਹੈ? ਡਿਫਰੈਂਟ ਟਾਈਪ ਆਫ ਪ੍ਰੋਡਕਸ਼ਨ ਐਕਟੀਵਿਟੀਜ਼ ਅਲੱਗ-ਅਲੱਗ ਜਿਹੜੀਆਂ ਹੈਗੀਆਂ ਉਹ ਦੱਸੀਆਂ ਹੋਈਆਂ ਹੈ। ਫਾਰਮਿੰਗ ਜਿਹੜੀ ਹੈਗੀ ਇਹਨਾਂ ਦਾ ਮੇਨ ਪ੍ਰੋਡਕਸ਼ਨ ਐਕਟੀਵਿਟੀ ਆ ਇਨ ਵਿਲੇਜ ਥਰੂ ਆਊਟ ਦਾ ਇੰਡੀਆ। ਇਟ ਇਜ਼ ਦਾ ਮੇਨ ਐਕਟੀਵਿਟੀ ਆਫ ਦਾ ਵਿਲੇਜ। 80% ਆਫ ਦਾ ਵਰਕਿੰਗ ਪੀਪਲ ਇਨ ਵਿਲੇਜ ਡਿਪੈਂਡ ਔਨ ਫਾਰਮਿੰਗ ਫॉर देयर ਲਿਵਲੀਹੁੱਡ। ਆਪਦੀ ਉਪਜੀਵਿਕਾ ਕਮਾਉਣ ਦੇ ਵਾਸਤੇ ਘੱਟੋ ਘੱਟ ਵੀ 80% ਕਿਸਾਨ ਹੁੰਦੇ ਆ, ਲੋਕ ਹੁੰਦੇ ਆ ਪਿੰਡਾਂ ਦੇ, ਜਿਹੜੇ ਕਿ ਖੇਤੀਬਾੜੀ ਦੇ ਧੰਦੇ ਵਿੱਚ ਲੱਗੇ ਹੁੰਦੇ ਆ। ਸੋ ਆਲ ਕਲਟੀਏਬਲ ਲੈਂਡ ਇਜ਼ ਵਿਲੇਜ ਇਨ ਕਲਟੀਵੇਟਡ। ਸਾਰੀ ਜਿੰਨੀ ਵੀ ਜ਼ਮੀਨ ਖੇਤੀਯੋਗ ਹੁੰਦੀ ਆ ਉਹ 'ਤੇ ਖੇਤੀ ਕੀਤੀ ਜਾਂਦੀ ਆ। ਨੋ ਲੈਂਡ ਇਜ਼ ਲੈਫਟ ਆਈਡੀਅਲ। The farmers of this village are able to grow more than 3 crops in a year due to well developed irrigation system and good electricity supply। ਹੁਣ ਜੋ ਇਮੈਜਨਰੀ ਵਿਲੇਜ ਉਹਨਾਂ ਨੇ ਬਣਾਇਆ ਹੈ, ਜੋ ਪਿਕਚਰ ਆਪ ਤੁਸੀਂ ਦੇਖ ਰਹੇ ਹੋ, ਉਹਦੇ ਵਿੱਚ ਕੀ ਹੈ ਕਿ ਫਾਰਮਰ ਹੈ ਜਿਹੜੇ ਇੱਕ ਸਾਲ ਦੇ ਵਿੱਚ 3 ਫਸਲਾਂ ਉਗਾਉਂਦੇ ਆ। ਕਿਉਂ ਉਗਾਉਂਦੇ ਆ? ਕਾਹਦੇ ਡਿਊ ਉਗਾਉਂਦੇ ਆ? ਕਿਉਂਕਿ ਉਹਨਾਂ ਕੋਲ ਬਹੁਤ ਵਧੀਆ ਇਰੀਗੇਸ਼ਨ ਸਿਸਟਮ ਹੈ, ਸਿੰਚਾਈ ਦਾ ਸਾਧਨ ਵੀ ਹੈਗੇ ਆ, ਅਤੇ ਇਲੈਕਟ੍ਰੀਸਿਟੀ ਸਪਲਾਈ ਵੀ ਉਹਨਾਂ ਨੂੰ ਹੈਗੀ ਹੈ।
ਸੋ ਇਸ ਤਰੀਕੇ ਦੇ ਨਾਲ ਆਫਟਰ ਹਾਰਵੈਸਟਿੰਗ ਵਨ ਕਰੋਪ ਦੇ ਸੋ ਅਨਦਰ, ਇੱਕ ਫਸਲ ਨੂੰ ਕੱਟ ਕੇ ਦੂਸਰੀ ਫਸਲ ਬੀਜ ਦਿੰਦੇ ਆ। ਉਹਦੇ ਨਾਲ ਕੀ ਹੈ ਕਿ ਉਹਦੇ ਨਾਲ ਜਿਹੜੀ ਹੈਗੀ ਆ ਜ਼ਮੀਨ ਦੀ ਫਰਟੀਲਿਟੀ ਹੈ ਜਿਹੜੀ ਉਹ ਰਿਡਿਊਸ ਨਹੀਂ ਹੁੰਦੀ, ਇਨਕਰੀਜ਼ ਹੋਈ ਜਾਂਦੀ ਹੈ। To grow more than one crop on a piece of land during a year is known as multiple cropping। ਇੱਕ ਤੋਂ ਵੱਧ ਫਸਲਾਂ ਉਗਾਉਣੀਆਂ, ਇੱਕ ਪੀਸ ਆਫ ਲੈਂਡ 'ਤੇ ਇੱਕੋ ਹੀ ਜ਼ਮੀਨ 'ਤੇ ਇੱਕ ਤੋਂ ਵੱਧ ਫਸਲਾਂ ਨੂੰ ਉਗਾਉਣਾ ਇੱਕ ਸਾਲ ਦੇ ਵਿੱਚ, ਉਹਨੂੰ ਕੀ ਕਹਿੰਦੇ ਆ, ਮਲਟੀਪਲ ਕ੍ਰੋਪਿੰਗ ਕਿਹਾ ਜਾਂਦਾ ਹੈ। ਸੋ ਇਟ ਇਜ਼ ਦਾ ਕਾਮਨ ਵੇ ਆਫ ਇਨਕਰੀਜ਼ਿੰਗ ਪ੍ਰੋਡਕਸ਼ਨ ਔਨ ਅ ਗਿਵਨ ਪੀਸ ਆਫ ਲੈਂਡ। ਇਹ ਇੱਕ ਕਾਮਨ ਵੇ ਹੁੰਦਾ ਹੈ ਜਿਹਦੇ ਨਾਲ ਅਸੀਂ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਹਾਂ। ਦਿਸ ਇਜ਼ ਪੋਸੀਬਲ ਬਾਈ ਇਲੈਕਟ੍ਰਿਕ ਟਿਊਬਸ, ਵੈਲਸ, ਕੰਟੀਨਿਊਸ ਪਾਵਰ ਸਪਲਾਈਜ਼ ਬੀਇੰਗ ਪ੍ਰੋਵਾਈਡਡ ਟੂ ਦਾ ਫਾਰਮਰ। ਇਹ ਕਾਹਦੇ ਨਾਲ ਪੋਸੀਬਲ ਹੋਇਆ ਹੈ ਕਿ ਜੋ ਇਲੈਕਟ੍ਰਿਕ ਟਿਊਬਵੈਲ ਲਗਾਏ ਗਏ, ਕੰਟੀਨਿਊ ਪਾਵਰ ਸਪਲਾਈ ਦਿੱਤੀ ਜਾ ਰਹੀ ਹੈ ਨਾ ਫਾਰਮਰਸ ਨੂੰ, ਉਹਦੇ ਨਾਲ ਇਹ ਸਾਰਾ ਕੁਝ ਪੋਸੀਬਲ ਹੋਇਆ ਹੈ। ਇਹ ਸਮੋਲ ਵਾਟਰ ਕੈਨਲ ਆਲਸੋ ਪਾਸਸ ਬਾਈ ਦਾ ਵਿਲੇਜ ਵਿਚ ਪ੍ਰੋਵਾਈਡ ਵਾਟਰ ਫॉर ਐਗਰੀਕਲਚਰ। ਤੇ ਨਾਲ ਕੀ ਸਮੋਲ ਕੈਨਲਸ ਵਗੈਰਾ ਹੁੰਦੀਆਂ ਜਿਹੜੀਆਂ ਉਹ ਵੀ ਪਾਸ ਕਰਦੀਆਂ ਏ ਵਿਲੇਜ ਦੇ ਨਾਲੋਂ, ਜਿਵੇਂ ਆਪਾਂ ਕਹਿ ਦਿੰਦੇ ਹਾਂ ਆਪਣੇ ਡਰੇਨ ਹੁੰਦੀ ਆ ਹੈ ਨਾ, ਵਿੱਚ ਪ੍ਰੋਵਾਈਡ ਵਾਟਰ ਫॉर ਐਗਰੀਕਲਚਰ, ਜਿਨ੍ਹਾਂ ਦਾ ਪਾਣੀ ਐਗਰੀਕਲਚਰ ਨੂੰ ਪ੍ਰੋਵਾਈਡ ਕੀਤਾ ਜਾਂਦਾ, ਉਹਦੇ ਨਾਲ ਵੀ ਐਗਰੀਕਲਚਰ ਦੀ ਪ੍ਰੋਡਕਸ਼ਨ ਹੈ ਜਿਹੜੀ ਉਹ ਵੱਧਦੀ ਹੈ। ਸੋ ਲੈਂਡ ਮੋਸਟ ਇੰਪੋਰਟੈਂਟ ਫੈਕਟਰ ਇਨ ਦਾ ਪ੍ਰੋਸੈਸ ਆਫ ਪ੍ਰੋਡਕਸ਼ਨ।